परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਬਹੁਤ ਸਾਰੇ ਘਰਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਘਰ ਦੇ ਵਿੱਚ ਪੀੜ੍ਹੀਆਂ ਦਾ ਸ਼ਰਾਪ ਪਿਆ। ਬਹੁਤ ਸਾਰੀਆਂ ਬਿਮਾਰੀਆਂ ਸੀ ਜਿਹੜੀਆਂ ਸਾਡੇ ਪੁਰਖਿਆਂ ਨੂੰ ਸੀ ਔਰ ਸਾਡੀ ਵੀ ਪੀੜ੍ਹੀ ਦੇ ਵਿੱਚ ਆਈਆਂ, ਜਾਂ ਫਿਰ ਕਿਸੇ ਦੇ ਨਾਲ ਵੈਰ ਵਿਰੋਧ ਕੀਤਾ ਜਾਂਦਾ ਸੀ, ਉਹ ਪੀੜ੍ਹੀ ਦਰ ਪੀੜ੍ਹੀ ਅੱਜ ਵੀ ਉਸੇ ਤਰ੍ਹਾਂ ਦਾ ਵੈਰ ਵਿਰੋਧ ਚੱਲ ਰਿਹਾ। ਤਾਂ ਅੱਜ ਆਪਾਂ ਸਾਰੇ ਮਿਲ ਕੇ ਇਸ ਪੀੜ੍ਹੀਆਂ ਦੇ ਸ਼ਰਾਪ ਦੇ ਬਾਰੇ ਕੁਝ ਖਾਸ ਵਚਨਾਂ ਨੂੰ ਜਾਣਾਂਗੇ ਕਿ ਪਰਮੇਸ਼ਰ ਦਾ ਔਰ ਇਸ ਪਵਿੱਤਰ ਵਚਨ ਦਾ ਪੀੜ੍ਹੀਆਂ ਦੇ ਸ਼ਰਾਪ ਦੇ ਬਾਰੇ ਕੀ ਕਹਿਣਾ ਆ। ਉਹ ਜਾਣਨ ਦੇ ਲਈ ਅਸੀਂ ਵਚਨ 'ਚ ਪੜਾਂਗੇ ਗਿਣਤੀ 14 ਉਹਦੀ 18 ਨੰਬਰ ਆਇਤ ਨੂੰ ਕਿ ਯਹੋਵਾ ਕ੍ਰੋਧ ਵਿੱਚ ਧੀਰਜੀ ਅਤੇ ਭਲਾਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖਸ਼ਣਹਾਰ ਹੈ, ਪਰ ਕੁਧਰਮੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡ ਦਿੰਦਾ। ਉਹ ਪਿਤਾ ਦੇ ਕੁਧਰਮ ਦਾ ਬਦਲਾ ਉਹਨਾਂ ਦੇ ਪੁੱਤਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ? ਸਾਡਾ ਪਰਮੇਸ਼ਰ ਕੌਣ ਆ? ਅਸੀਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਕਿ ਪਿਤਾ ਪਰਮੇਸ਼ਰ, ਤਾਂ ਉਹ ਪਿਤਾ ਪਰਮੇਸ਼ਰ ਯਹੋਵਾ ਪਰਮੇਸ਼ਰ ਆ। ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਵਿਵਸਥਾ ਦੀ ਪਾਲਣਾ ਕੀਤੀ ਜਾਂਦੀ ਸੀ ਜਿਹੜੀ ਮੂਸਾ ਦੇ ਦੁਆਰਾ ਲਿਖੀ ਗਈ ਸੀ, ਪਰ ਯਹੋਵਾ ਪਰਮੇਸ਼ਰ ਵੱਲੋਂ ਲਿਖਵਾਈ ਗਈ ਸੀ। ਤਾਂ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਉਹ ਕ੍ਰੋਧ ਵਿੱਚ ਧੀਰਜੀ ਅਤੇ ਭਲਾਈ ਨਾਲ ਭਰਪੂਰ ਆ। ਮਤਲਬ ਉਹਦਾ ਕ੍ਰੋਧ ਬਹੁਤਾ ਨਹੀਂ ਹੈਗਾ ਔਰ ਭਲਾਈ ਵੀ ਬਹੁਤ ਕਰਦਾ। ਪਰ ਉਹ ਕੀ ਕਹਿੰਦਾ? ਕਹਿੰਦਾ ਮੈਂ ਪਾਪਾਂ ਤੇ ਅਪਰਾਧਾਂ ਨੂੰ ਬਖਸ਼ਦਾ ਤਾਂ ਹਾਂ, ਪਰ ਕਹਿੰਦਾ ਮੈਂ ਅਪਰਾਧੀ ਨੂੰ, ਪਾਪੀ ਨੂੰ ਇੱਦਾਂ ਹੀ ਨਹੀਂ ਛੱਡ ਦਿੰਦਾ, ਆਰਾਮ ਨਾਲ ਨਹੀਂ ਛੱਡਦਾ। ਕਹਿੰਦਾ ਮੈਂ ਇੱਕ ਪਿਤਾ ਦੇ ਕੁਧਰਮ ਦਾ ਬਦਲਾ ਉਹਦੇ ਪੁੱਤਰਾਂ ਤੋਂ, ਬਲਕਿ ਉਹਦੀ ਤੀਜੀ ਤੇ ਚੌਥੀ ਪੀੜ੍ਹੀ ਤੋਂ ਲੈਣਾ ਜਾਣਦਾ ਆ। ਕਈ ਵਾਰ ਕੀ ਸੀ, ਜਿਹੜੇ ਪਾਪ ਸੀ ਅਸੀਂ ਜਾਣਦੇ, ਉਹ ਪੀੜ੍ਹੀ ਦਰ ਪੀੜ੍ਹੀ ਸਾਨੂੰ ਇੱਦਾਂ ਸੁਣਨ ਨੂੰ ਮਿਲਦਾ ਕਿ ਉਹ ਚੱਲਦੇ ਆ ਰਹੇ ਆ। ਵਚਨ 'ਚ ਵੀ ਸਾਨੂੰ ਕਿਹਾ ਗਿਆ ਕਿ ਯਹੋਵਾ ਪਿਤਾ ਦੇ ਪਾਪਾਂ ਦਾ ਬਦਲਾ ਉਹਦੇ ਪੁੱਤਰਾਂ ਤੋਂ, ਬਲਕਿ ਤੀਜੀ ਚੌਥੀ ਪੀੜ੍ਹੀ ਤੋਂ ਲੈਣਾ ਚਾਹੁੰਦਾ। ਇੱਕ ਆਹਾਬ ਨਬੀ ਸੀ ਜਿਹਨੇ ਬੇਹੱਦ ਪਾਪ ਕੀਤੇ ਸੀ। ਵਿਵਸਥਾ ਦਾ ਇੱਕ ਵੀ ਅੱਖਰ ਉਹਨੇ ਨਹੀਂ ਸੀ ਮੰਨਿਆ, ਪਰ ਉਹਦੇ ਬਹੁਤ ਜ਼ਿਆਦਾ ਪਾਪ ਹੋਣ ਕਰਕੇ ਪਰਮੇਸ਼ਰ ਉਹਦੇ ਤੋਂ ਕ੍ਰੋਧਿਤ ਹੋਇਆ। ਪਰ ਜਦ ਉਹਨੇ ਤੱਪੜ ਪਹਿਨੇ, ਵਰਤ ਰੱਖਿਆ, ਤਾਂ ਪਰਮੇਸ਼ਰ ਨੇ ਉਹਦੇ ਪਾਪਾਂ ਨੂੰ ਉਹਦੇ ਤੋਂ ਹਟਾ ਦਿੱਤਾ। ਪਰ ਉਹਨੇ ਕੀ ਕਿਹਾ ਕਿ ਤੇਰੇ ਪਾਪਾਂ ਦਾ ਪ੍ਰਾਸ਼ਚਿਤ, ਤੇਰੇ ਪਾਪਾਂ ਦਾ ਬਦਲਾ, ਤੇਰੇ ਪਾਪਾਂ ਦੀ ਸਜ਼ਾ ਤੇਰੇ ਪੁੱਤਰਾਂ ਨੂੰ ਦੇਣੀ ਪਵੇਗੀ। ਇਹ ਸਭ ਵਿਵਸਥਾ ਦੇ ਅੰਡਰ ਸੀ ਔਰ ਵਿਵਸਥਾ ਪੁਰਾਣਾ ਨੇਮ ਆ। ਪਰ ਪੁਰਾਣਾ ਨੇਮ ਤੋਂ ਬਾਅਦ ਯਿਸੂ ਮਸੀਹ ਨੇ ਜਨਮ ਲਿਆ ਔਰ ਉਹਨੇ ਵਿਵਸਥਾ ਨੂੰ ਪੂਰੇ ਕਰਦੇ ਹੋਏ ਇੱਕ ਨਵਾਂ ਨੇਮ ਸਾਡੇ ਨਾਲ ਬੰਨਿਆ। ਔਰ ਉਹ ਨਵਾਂ ਨੇਮ ਕੀ ਸੀ? ਵਚਨ 'ਚੋਂ ਅਸੀਂ ਦੇਖਾਂਗੇ ਗਲਾਤੀਆ 3 ਦੀ 13 ਨੰਬਰ ਆਇਤ ਨੂੰ। ਮਸੀਹ ਨੇ ਸਾਨੂੰ ਮੁੱਲ ਲੈ ਕੇ ਵਿਵਸਥਾ ਦੇ ਸ਼ਰਾਪ ਤੋਂ ਛੁਡਾਇਆ, ਇਸ ਕਰਕੇ ਜੋ ਸਾਡੇ ਲਈ ਸ਼ਰਾਪ ਬਣਿਆ, ਕਿਉਂ ਜੋ ਲਿਖਿਆ ਹੋਇਆ ਹੈ ਕਿ ਸ਼ਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ? ਮੂਸਾ ਦੀ ਵਿਵਸਥਾ ਦੇ ਵਿੱਚ ਬਹੁਤ ਸਾਰੀਆਂ ਬਲੀਆਂ, ਭੇਟਾਂ ਅਤੇ ਸ਼ਰਾਪਾਂ ਬਾਰੇ ਗੱਲਾਂ ਕੀਤੀਆਂ ਗਈਆਂ ਸੀ ਔਰ ਇਸ ਲਈ ਪੁਰਾਣੇ ਨੇਮ ਦੇ ਲੋਕਾਂ ਨੂੰ ਇਹ ਸਾਰੀ ਵਿਵਸਥਾ ਮੰਨਣੀ ਪੈਂਦੀ ਸੀ ਔਰ ਜਿਹੜੇ ਨਹੀਂ ਸੀ ਮੰਨਦੇ ਉਹਨਾਂ ਦੇ ਉੱਤੇ ਸ਼ਰਾਪ ਆਉਂਦਾ ਸੀ। ਪਰ ਯਿਸੂ ਮਸੀਹ ਨੇ ਕੀ ਕੀਤਾ? ਸਾਨੂੰ ਆਪਣੇ ਲਹੂ ਦੇ ਵਸੀਲੇ ਮੁੱਲ ਖਰੀਦ ਲਿਆ ਔਰ ਵਿਵਸਥਾ ਨੂੰ ਪੂਰੀਆਂ ਕਰਕੇ ਇੱਕ ਨਵਾਂ ਨੇਮ ਸਾਡੇ ਨਾਲ ਬੰਨਿਆ। ਜੇ ਅਸੀਂ ਪੁਰਾਣੇ ਵਚਨ ਦੇ ਵਿੱਚੋਂ ਪੜ੍ਹੀਏ ਤਾਂ ਉਸ ਸਮੇਂ ਬਲੀਆਂ ਦਿੱਤੀਆਂ ਜਾਂਦੀਆਂ ਸੀ, ਲਹੂ ਚੜਾਇਆ ਜਾਂਦਾ ਸੀ,
ਜਾਨਵਰ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਵਿਸ਼ਿਆਂ ਦੇ ਲਈ ਚੜਾਏ ਜਾਂਦੇ ਔਰ ਉਸ ਵੇਲੇ ਹੋਮ ਬਲੀਆਂ ਚੜਾਈਆਂ ਜਾਂਦੀਆਂ ਸੀ, ਜਿੰਦੇ ਦੁਆਰਾ ਅਸੀਂ ਪਾਪਾਂ ਤੋਂ, ਆਪਣੇ ਸ਼ਰਾਪਾਂ ਤੋਂ, ਆਪਣੀਆਂ ਗਲਤੀਆਂ ਤੋਂ ਮੁਕਤ ਕੀਤੇ ਜਾਂਦੇ ਸੀ। ਪਰ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜ ਕੇ ਉਸ ਵਿਵਸਥਾ ਨੂੰ ਪੂਰੀਆਂ ਕੀਤਾ ਅਤੇ ਨਵਾਂ ਨਿਯਮ ਸਾਡੇ ਨਾਲ ਬੰਨਿਆ, ਜਿਹਦੇ ਵਿੱਚ ਇਹ ਸਾਰੀਆਂ ਬਲੀਆਂ ਯੀਸ਼ੂ ਮਸੀਹ ਨੇ ਆਪਣੇ ਉੱਤੇ ਲੈ ਕੇ ਆਪਣੇ ਆਪ ਨੂੰ ਉਸ ਸਾਰਿਆਂ ਲੋਕਾਂ ਦੇ ਲਈ ਕੁਰਬਾਨ ਕਰਕੇ ਇਹਨਾਂ ਸਾਰੀਆਂ ਬਲੀਆਂ ਨੂੰ ਪੂਰੀਆਂ ਕੀਤਾ ਔਰ ਇਹ ਸਾਰੀਆਂ ਕੁਰਬਾਨੀਆਂ ਉਸੇ ਸਮੇਂ ਤੋਂ ਬੰਦ ਕਰ ਦਿੱਤੀਆਂ ਗਈਆਂ। ਇੱਕ ਨਵਾਂ ਨੇਮ ਸੀ ਜਿਹਦੇ ਦੁਆਰਾ ਪਾਪ, ਸ਼ਰਾਪ ਅਤੇ ਵਿਵਸਥਾ ਖਤਮ ਹੋ ਗਈ, ਪਰ ਇੱਕ ਨਵਾਂ ਨੇਮ ਵਧਿਆ। ਇਸ ਲਈ ਜਿਹੜੇ ਅੱਜ ਨਵੇਂ ਨੇਮ 'ਚ ਵਿਸ਼ਵਾਸ ਕਰਦੇ ਆ ਉਹ ਉਸ ਪੁਰਖਿਆਂ ਦੇ ਸ਼ਰਾਪ ਤੋਂ ਮੁਕਤ ਆ। ਇਸੇ ਘੜੀ ਪਰਮੇਸ਼ਵਰ ਨੇ ਤੁਹਾਨੂੰ ਉਸ ਪੁਰਖਿਆਂ ਦੇ ਸ਼ਰਾਪ ਤੋਂ ਮੁਕਤ ਕਰ ਦਿੱਤਾ ਆ, ਕਿਉਂਕਿ ਹੁਣ ਤੁਸੀਂ ਵਿਵਸਥਾ ਦੇ ਨਹੀਂ ਪਰ ਨਵੇਂ ਨੇਮ ਦੇ ਅੰਡਰ ਆ। ਹਾਲੇਲੂਇਆ। ਅੱਜ ਤੁਸੀਂ ਵਿਵਸਥਾ ਨੂੰ ਮੰਨਣ ਵਾਲੇ ਨਹੀਂ ਆ। ਜੇ ਅਸੀਂ ਵਿਵਸਥਾ ਨੂੰ ਮੰਨਣ ਵਾਲੇ ਹੁੰਦੇ ਤਾਂ ਅਸੀਂ ਅੱਜ ਵੀ ਭੇਡਾਂ ਚੜਾਉਂਦੇ, ਅੱਜ ਵੀ ਬਲੀਆਂ ਚੜਾਈਆਂ ਜਾਂਦੀਆਂ, ਅੱਜ ਵੀ ਹੋਮ ਅਤੇ ਧੂਫਾਂ ਦਿਖਾਈਆਂ ਜਾਂਦੀਆਂ। ਪਰ ਅੱਜ ਨਵਾਂ ਨੇਮ ਆ, ਨਵੇਂ ਤਰੀਕੇ ਆ, ਨਵੇਂ ਰੂਲ ਆ, ਤਾਂ ਉਸ ਹਿਸਾਬ ਨਾਲ ਅਸੀਂ ਵਿਵਸਥਾ ਦੇ ਉਸ ਪੀੜ੍ਹੀਆਂ ਦੇ ਸ਼ਰਾਪ ਤੋਂ, ਜੋ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਤੀਜੀ ਚੌਥੀ ਪੀੜ੍ਹੀ ਤੱਕ ਲੈ ਕੇ ਆਉਣਾ, ਉਹਦੇ ਤੋਂ ਅਸੀਂ ਮੁਕਤ ਕੀਤੇ ਗਏ ਆ, ਆਜ਼ਾਦ ਕੀਤੇ ਗਏ ਆ। ਹਾਲੇਲੂਇਆ। ਤਾਂ ਅੱਜ ਤੋਂ ਹੀ ਜਿਨ੍ਹਾਂ ਭੈਣਾਂ ਭਾਈਆਂ ਨੇ ਅੱਜ ਦੇ ਵਚਨ ਨੂੰ ਸੁਣਿਆ ਆ, ਜਿਨ੍ਹਾਂ ਦੀਆਂ ਪੀੜ੍ਹੀਆਂ ਦੇ ਵਿੱਚ ਸ਼ਰਾਪ ਸੀ, ਉਹ ਸਾਰੇ ਦੇ ਸਾਰੇ ਆਪਣੇ ਸ਼ਰਾਪਾਂ ਤੋਂ ਆਜ਼ਾਦ ਹੋ ਗਏ ਆ। ਕਿੱਦਾਂ ਆਜ਼ਾਦ ਹੋਏ ਆ ਅਸੀਂ? ਅੱਜ ਹੀ ਵਚਨ 'ਚੋਂ ਪੜਾਂਗੇ ਯਕਰਿਆ 3 ਔਰ 4 ਨੰਬਰ ਆਇਤ ਨੂੰ। ਯਹੋਸ਼ੂਆ ਮੈਲੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜਾ ਸੀ ਤਾਂ ਉਸਨੇ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ ਉੱਤਰ ਦੇ ਕੇ ਕਿਹਾ ਕਿ ਇਸ ਤੋਂ ਮੈਲੇ ਕੱਪੜੇ ਲਾ ਲਓ, ਅਤੇ ਉਹਨੇ ਉਸ ਨੂੰ ਕਿਹਾ, ਵੇਖ ਮੈਂ ਤੇਰੀ ਬੁਰਾਈ ਤੇਰੇ ਕੋਲੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਵਸਤਰ ਪਹਿਨਾਵਾਂਗਾ। ਹਾਲੇਲੂਇਆ। ਸਾਡੇ ਵਸਤਰਾਂ ਦੇ ਉੱਤੇ ਕੀ ਸੀ? ਦਾਗ ਸੀ। ਔਰ ਉਹ ਦਾਗ ਕਿਹੜੇ ਸੀ? ਪੀੜ੍ਹੀਆਂ ਦੇ ਸ਼ਰਾਪ ਦੇ। ਯਹੋਸ਼ੂਆ ਦੇ ਕੱਪੜੇ ਮੈਲੇ ਸਨ, ਉਹਦੀਆਂ ਗਲਤੀਆਂ ਗੁਨਾਹਾਂ ਦੇ। ਉਹ ਕੱਪੜੇ ਰੀਅਲ ਵਾਲੇ ਕੱਪੜੇ, ਅਸਲ ਵਾਲੇ ਕੱਪੜੇ ਜਾਂ ਸਰੀਰ ਢੱਕਣ ਦੇ ਲਈ ਪੈਂਦੇ, ਉਹ ਕੱਪੜੇ ਦੀ ਗੱਲ ਨਹੀਂ ਹੋ ਰਹੀ ਇੱਥੇ, ਆਤਮਿਕ ਵਸਤਰਾਂ ਦੀ ਗੱਲ ਹੋ ਰਹੀ ਹੈ। ਉਹਦੇ ਆਤਮਿਕ ਵਸਤਰ ਮੈਲੇ ਸਨ, ਪਾਪਾਂ ਦੇ ਨਾਲ ਭਰੇ ਹੋਏ ਸਨ। ਉਸੇ ਤਰ੍ਹਾਂ ਅੱਜ ਸਾਡੇ ਵੀ ਮੈਲੇ ਅਤੇ ਪਾਪਾਂ ਨਾਲ ਭਰੇ ਹੋਏ, ਪੀੜ੍ਹੀਆਂ ਦੇ ਸ਼ਰਾਪ ਦੇ ਨਾਲ ਭਰੇ ਹੋਏ ਕੱਪੜਿਆਂ ਨੂੰ ਅੱਜ ਸਾਡੇ ਪਰਮੇਸ਼ਰ ਨੇ ਸਾਡੇ ਸਰੀਰ ਤੋਂ ਲਾ ਸੁੱਟਿਆ ਆ। ਹਾਲੇਲੂਇਆ। ਉਹ ਪੀੜ੍ਹੀਆਂ ਦੇ ਪਾਪ, ਉਹ ਪੀੜ੍ਹੀਆਂ ਦੀਆਂ ਬਿਮਾਰੀਆਂ, ਉਹ ਪੀੜ੍ਹੀਆਂ ਦਾ ਕਲੰਕ, ਉਹ ਸਾਰੀਆਂ ਗੰਦੇ ਸ਼ਰਾਪ ਅੱਜ ਸਾਡੇ ਪਰਮੇਸ਼ਰ ਨੇ ਸਾਡੇ ਤੋਂ ਉਹ ਸਾਰੇ ਮੈਲੇ ਵਸਤਰ, ਉਸ ਸਾਰੇ ਸ਼ਰਾਪ ਨੂੰ ਲਾ ਸੁੱਟਿਆ ਅਤੇ ਸਾਨੂੰ ਫਿਰ ਤੋਂ ਇੱਕ ਨਵਾਂ ਨਰੋਇਆ, ਸਾਫ਼ ਅਤੇ ਪਵਿੱਤਰ ਵਸਤਰ ਪਹਿਨਣ ਨੂੰ ਦਿੱਤਾ, ਜਿਹੜਾ ਬੇਹੱਦ ਕੀਮਤੀ ਆ। ਹਾਲੇਲੂਇਆ। ਔਰ ਉਹ ਕੀਮਤੀ ਕਿਉਂ ਆ? ਕਿਉਂਕਿ ਕਿਸੇ ਦੇ ਪਾਪ ਮਾਫ ਕਰਨਾ ਸੌਖੀ ਗੱਲ ਨਹੀਂ ਆ। ਕਿਸੇ ਦੇ ਪਾਪ ਮਾਫ ਕਰਨ ਦੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਕੁਰਬਾਨ ਕੀਤਾ, ਔਰ ਕੁਰਬਾਨ ਕਰਨ ਦੇ ਲਈ ਪਵਿੱਤਰ ਲੇਲਾ ਨਾ ਤਾਂ ਮਿਲਿਆ, ਨਾ ਮਿਲ ਸਕਦਾ ਆ, ਔਰ ਨਾ ਵਾਰ-ਵਾਰ ਕਿਸੇ ਲਈ ਲੇਲਾ ਚੜਾਇਆ ਜਾਵੇਗਾ। ਤਾਂ ਜੇ ਅੱਜ ਬਿਨਾਂ ਲੇਲੇ ਦੇ ਸਾਡੇ ਪਾਪ ਮਾਫ ਹੋ ਗਏ ਆ, ਤਾਂ ਸਾਨੂੰ ਚਾਹੀਦਾ ਕਿ ਇਸ ਪਵਿੱਤਰ ਵਸਤਰਾਂ ਨੂੰ ਅਸੀਂ ਪਵਿੱਤਰ ਹੀ ਰੱਖੀਏ। ਅਸੀਂ ਦੁਬਾਰਾ ਤੋਂ ਪਾਪ ਨਾ ਕਰੀਏ, ਨਾ ਅਸੀਂ ਅਜਿਹੇ ਕੰਮ ਕਰੀਏ ਕਿ ਸਾਡੀਆਂ ਪੀੜ੍ਹੀਆਂ ਦੇ ਉੱਤੇ ਸਾਡੇ ਸ਼ਰਾਪ ਜਾਣ, ਨਾ ਅਸੀਂ ਅੱਜ ਤੋਂ ਇਹਨਾਂ ਗੱਲਾਂ ਨੂੰ ਬੋਲੀਏ ਕਿ ਸਾਡੇ ਉੱਤੇ ਸਾਡੇ ਪੀੜ੍ਹੀਆਂ ਦੇ ਸ਼ਰਾਪ ਆ, ਕਿਉਂਕਿ ਅੱਜ ਤੋਂ ਇਸੇ ਘੜੀ ਤੋਂ ਪਰਮੇਸ਼ਰ ਨੇ ਇਸ ਸ਼ਰਾਪਿਤ ਕੱਪੜਿਆਂ ਨੂੰ ਲਾ ਕੇ ਤੁਹਾਨੂੰ ਪਵਿੱਤਰ ਅਤੇ ਕੀਮਤੀ ਵਸਤਰ ਪਹਿਨਾਏ ਆ। ਤਾਂ ਅੱਜ ਤੋਂ ਤੁਸੀਂ ਆਸ਼ੀਸ਼ਿਤ ਆ। ਪ੍ਰਭੂ ਨੇ ਤੁਹਾਨੂੰ ਬਹੁਤ ਜ਼ਿਆਦਾ ਬਰਕਤ ਦਿੱਤੀ ਆ। ਔਰ ਉਹ ਬਰਕਤ ਕਿੱਦਾਂ ਦੀ? ਅਸੀਂ ਵਚਨ 'ਚੋਂ ਪੜਾਂਗੇ ਉਤਪਤ 12 ਉਹਦੀ 3 ਨੰਬਰ ਆਇਤ ਨੂੰ। ਜੋ ਤੁਹਾਨੂੰ ਆਸ਼ੀਸ਼ ਦੇਣ ਉਹਨਾਂ ਨੂੰ ਮੈਂ ਆਸ਼ੀਸ਼ਿਤ ਕਰਾਂਗਾ, ਜੋ ਤੁਹਾਨੂੰ ਸ਼ਰਾਪ ਦੇਣ ਉਹਨਾਂ ਨੂੰ ਮੈਂ ਸ਼ਰਾਪ ਦਿਆਂਗਾ, ਅਤੇ ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਹਾਲੇਲੂਇਆ। ਅੱਜ ਪਰਮੇਸ਼ਰ ਨੇ ਸਾਨੂੰ ਅਜਿਹਾ ਆਸ਼ੀਸ਼ਿਤ ਕੀਤਾ ਆ ਕਿ ਜੇ ਕੋਈ ਸਾਨੂੰ ਆਸ਼ੀਸ਼ਿਤ ਕਰੇਗਾ, ਪ੍ਰਭੂ ਉਹਨੂੰ ਆਸ਼ੀਸ਼ਿਤ ਕਰੇਗਾ, ਔਰ ਜੇ ਕੋਈ ਸਾਡੇ ਉੱਤੇ ਸ਼ਰਾਪ ਪਾਵੇਗਾ, ਪਰਮੇਸ਼ਰ ਉਹਨੂੰ ਸ਼ਰਾਪਿਤ ਕਰੇਗਾ। ਉਸੇ ਤਰ੍ਹਾਂ ਜੇ ਅੱਜ ਤੋਂ ਸਾਡੇ ਘਰਾਂ ਪਰਿਵਾਰਾਂ ਤੇ ਕੋਈ ਜਾਦੂ ਟੋਣਾ ਕੀਤਾ ਜਾਵੇਗਾ, ਉਹ ਸਾਡੇ ਤੇ ਨਹੀਂ ਪਰ ਉਸੇ ਤੇ ਪੈ ਜਾਵੇਗਾ। ਜੇ ਕੋਈ ਸਾਨੂੰ ਨੀਚਾ ਦਿਖਾਣਾ ਚਾਹੇਗਾ, ਅਸੀਂ ਨਹੀਂ ਪਰ ਉਹ ਨੀਵੇਂ ਕੀਤੇ ਜਾਣਗੇ। ਜੇ ਸਾਡੇ ਨਾਲ ਕੋਈ ਲੜਾਈ ਝਗੜੇ ਕਰੇਗਾ, ਸਾਡੇ ਨਾਲ ਉਹਨਾਂ ਦੀ ਗੱਲ ਨਹੀਂ ਹੋਵੇਗੀ, ਪਰ ਬਹੁਤ ਸਾਰੇ ਹੋਰ ਵਿਰੋਧੀ ਉਹਨਾਂ ਦੇ ਵਿਰੁੱਧ ਖੜੇ ਹੋ ਜਾਣਗੇ। ਔਰ ਖੁਦਾ ਪਰਮੇਸ਼ਰ ਸਾਡੇ ਨਾਲ ਵਾਅਦਾ ਕਰਦਾ, ਕੀ ਕਹਿੰਦਾ ਕਿ ਤੇਰੇ ਕਰਕੇ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਹਾਲੇਲੂਇਆ। ਪਰਮੇਸ਼ਰ ਨੇ ਸਾਨੂੰ ਹੱਥੋਂ ਵੱਧ ਫਤਿਹਮੰਦ ਕੀਤਾ ਆ। ਵਿਸ਼ਵਾਸ ਕਰਨਾ ਔਰ ਅੰਗੀਕਾਰ ਕਰਨਾ ਕਿ ਮੈਂ ਬਲੈਸਡ ਹਾਂ, ਮੈਂ ਆਸ਼ੀਸ਼ਿਤ ਹਾਂ, ਮੇਰੇ ਤੇ ਕੋਈ ਸ਼ਰਾਪ ਨਹੀਂ ਆ, ਪ੍ਰਭੂ ਨੇ ਮੈਨੂੰ ਫਤਿਹਮੰਦ ਕੀਤਾ ਆ। ਅੱਜ ਮੇਰੇ ਮੈਲੇ ਵਸਤਰ ਉਤਰ ਗਏ ਆ। ਇਹ ਬਿਮਾਰੀਆਂ ਦੇ ਵਸਤਰ, ਇਹ ਪਾਪਾਂ ਦੇ ਵਸਤਰ, ਇਹ ਸ਼ਰਾਪ ਦੇ ਵਸਤਰ,
ਇਹ ਕਮਜ਼ੋਰੀਆਂ ਦੇ ਵਸਤਰ ਔਰ ਹਰ ਬਦੀ ਦੇ ਵਸਤਰ ਅੱਜ ਮੇਰੇ ਤੋਂ ਉਤਰ ਗਏ ਆ ਔਰ ਪਰਮੇਸ਼ਰ ਨੇ ਮੈਨੂੰ ਨਿਰਮਲ ਪਵਿੱਤਰ ਅਤੇ ਆਤਮਿਕ ਵਸਤਰ ਪਹਿਨਾਏ ਆ ਔਰ ਮੈਂ ਅੱਜ ਤੋਂ ਇਹਨਾਂ ਨੂੰ ਪਵਿੱਤਰ ਰੱਖਾਂਗਾ, ਸਾਫ਼ ਰੱਖਾਂਗਾ ਤਾਂ ਕਿ ਮੇਰੇ ਪਾਪ ਕਿਸੇ ਹੋਰ ਦੇ ਨੁਕਸਾਨ ਦਾ ਕਾਰਨ ਨਾ ਬਣਨ ਔਰ ਮੈਂ ਆਪਣੇ ਪਾਪਾਂ ਕਰਕੇ ਦੋਸ਼ੀ ਨਾ ਠਹਿਰਾਵਾਂ ਜਾਵਾਂ। ਮੈਂ ਸੱਚਮੁੱਚ ਫਤਿਹਮੰਦ ਅਤੇ ਅਸ਼ੀਸ਼ਿਤ ਹਾਂ ਅਤੇ ਸੱਚਮੁੱਚ ਮੇਰੇ ਕਰਕੇ ਕੌਮਾਂ ਬਰਕਤ ਨੂੰ ਪਾਉਣ। ਹਾਲੇਲੂਇਆ। ਤਾਂ ਕੱਲ੍ਹ ਸਵੇਰ ਨੂੰ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜਿਹੜੇ ਓਵਰ ਏਜ ਹੋ ਗਏ ਨੇ ਪਰ ਉਹਨਾਂ ਦੀ ਮੈਰਿਜ ਦਾ ਅੱਜ ਤੱਕ ਕੋਈ ਸੰਜੋਗ ਨਹੀਂ ਬਣਿਆ। ਰਿਸ਼ਤੇ ਆਉਂਦੇ ਆ ਪਰ ਵਾਪਸ ਚਲੇ ਜਾਂਦੇ ਆ। ਬਹੁਤ ਵਾਰ ਅਸੀਂ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰਦੇ ਪਰ ਸਹੀ ਕਨੈਕਸ਼ਨ ਮਿਲ ਨਹੀਂ ਪਾਉਂਦਾ। ਤਾਂ ਕੱਲ੍ਹ ਸਵੇਰ ਦੇ ਸਮੇਂ ਦੇ ਵਿੱਚ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਰੁਕਾਵਟ ਆ, ਰਿਸ਼ਤਾ ਸਿਰੇ ਨਹੀਂ ਚੜ ਰਿਹਾ ਜਾਂ ਰਿਸ਼ਤਾ ਆ ਨਹੀਂ ਰਿਹਾ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਡਾ ਵਿਆਹ ਨਹੀਂ ਹੋ ਰਿਹਾ। ਕੱਲ੍ਹ ਖਾਸ ਤੌਰ ਤੇ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ। ਹਾਲੇਲੂਇਆ। ਤਾਂ ਆਵਾਜ਼ ਦੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਤਾਰੀਫ, 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 ਤਾਰੀਫ ਕਰਦੇ ਮਹਾਨ ਪਿਤਾ ਪਰਮੇਸ਼ਰ। ਖੁਦਾਵੰਦ ਖੁਦਾ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਝੁਕਦੇ ਆ ਮੇਰੇ ਪ੍ਰਭੂ ਜੀ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਮਹਾਨ ਪਿਤਾ ਪਰਮੇਸ਼ਰ। ਸੱਚਮੁੱਚ ਧੰਨਵਾਦ ਕਰਦੇ ਮੇਰੇ ਪਿਤਾ ਅੱਜ ਦੇ ਸੁੰਦਰ ਸਵੇਰ ਦੇ ਲਈ ਪਿਤਾ ਪਰਮੇਸ਼ਰ, ਅੱਜ ਦੇ ਖਾਸ ਦਿਨ ਦੇ ਲਈ ਪਿਤਾ, ਇਹਨਾਂ ਅਨਮੋਲ ਸਾਵਾਂ ਦੇ ਲਈ ਪ੍ਰਭੂ ਜੀ। ਪੂਰੇ ਪਰਿਵਾਰ ਨੂੰ ਸੰਭਾਲਿਆ, ਰਾਤ ਭਰ ਵਿੱਚ ਮਿੱਠੀ ਪਿਆਰੀ ਨੀਂਦ ਦਿੱਤੀ ਪਿਤਾ ਪਰਮੇਸ਼ਰ। ਇੱਕ ਨਵੇਂ ਬਲ ਦੇ ਨਾਲ ਅੱਜ ਦੀ ਸਵੇਰ ਦੇ ਵਿੱਚ ਸਾਨੂੰ ਫਿਰ ਤੋਂ ਉਠਾਇਆ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਖੁਦਾਵੰਦ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ ਕਿ ਜਦ ਵੀ ਤੁਸੀਂ ਮੇਰਾ ਨਾਮ ਲੈ ਕੇ ਮੈਨੂੰ ਪੁਕਾਰੋਗੇ ਤਾਂ ਸੱਚਮੁੱਚ ਮੈਂ ਤੁਹਾਡੀ ਆਵਾਜ਼ ਨੂੰ ਸੁਣਾਂਗਾ ਤੇ ਤੁਹਾਨੂੰ ਉੱਤਰ ਦੇਵਾਂਗਾ। ਪਰਮੇਸ਼ਰ ਪਿਤਾ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਜੋ ਕੋਈ ਵੀ ਮੈਨੂੰ ਪੁਕਾਰੇਗਾ ਉਹ ਕਦੇ ਵੀ ਨਾਸ਼ ਨਾ ਹੋਵੇਗਾ ਬਲਕਿ ਸਦਾ ਦਾ ਜੀਵਨ ਪਾਵੇਗਾ। ਪਰਮੇਸ਼ਰ ਪਿਤਾ ਅੱਜ ਅਸੀਂ ਸਾਰੇ ਮਿਲ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਪੁਕਾਰਦੇ ਹਾਂ ਪ੍ਰਭੂ ਜੀ, ਉਸ ਸਦਾ ਦੇ ਜੀਵਨ ਦੇ ਲਈ ਪਿਤਾ ਪਰਮੇਸ਼ਰ। ਇਸ ਜਗਤ ਵਿੱਚ ਰਹਿੰਦੇ ਹੋਏ ਪਿਤਾ ਪਰਮੇਸ਼ਰ ਅਸੀਂ ਅਨੇਕਾਂ ਹੀ ਮੁਸ਼ਕਿਲਾਂ, ਮੁਸੀਬਤਾਂ, ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਪਰ ਖੁਦਾਵੰਦ ਅਸੀਂ ਅੱਜ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਕਿ ਅਸੀਂ ਤੁਹਾਡੇ ਸਵਰਗ ਰਾਜ ਦੇ ਲਈ ਤਿਆਰ ਕੀਤੇ ਜਾਈਏ। ਇਹਨਾਂ ਮੁਸ਼ਕਿਲਾਂ ਨੂੰ ਝੱਲਦੇ ਹੋਏ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਵਫਾਦਾਰੀ ਦੇ ਨਾਲ ਬਣੇ ਰਹੀਏ ਔਰ ਤੁਹਾਡਾ ਆਤਮਾ ਸਾਡੀ ਅਗਵਾਈ ਕਰੇ। ਖੁਦਾਵੰਦ ਤੁਸੀਂ ਆਪਣੇ ਵਚਨ ਦੇ ਦੁਆਰਾ ਜੋ ਸਾਡੇ ਨਾਲ ਗੱਲਬਾਤ ਕੀਤੀ ਹੈ ਪਰਮੇਸ਼ਰ ਪਿਤਾ, ਤੁਸੀਂ ਵਚਨ ਦੇ ਵਿੱਚ ਕਿਹਾ ਹੈ ਕਿ ਯਹੋਵਾ ਕ੍ਰੋਧ ਵਿੱਚ ਧੀਰਜੀ ਅਤੇ ਭਲਾਈ ਵਿੱਚ ਭਰਪੂਰ ਆ। ਸੱਚਮੁੱਚ ਖੁਦਾਵੰਦ ਅੱਜ ਤੁਸੀਂ ਆਪਣੀ ਉਸ ਭਲਾਈ ਨੂੰ ਆਪਣੇ ਬੱਚਿਆਂ ਦੇ ਉੱਤੇ ਭੇਜੋ ਮੇਰੇ ਪ੍ਰਭੂ ਜੀ। ਅਸੀਂ ਜਾਣਦੇ ਕਿ ਤੁਹਾਡੀ ਦਇਆ ਸਦਾ ਦੀ ਹੈ ਪਿਤਾ ਪਰਮੇਸ਼ਰ। ਆ ਅੱਜ ਉਸ ਸਦਾ ਦੀ ਦਇਆ ਦੇ ਨਾਲ ਪਰਮੇਸ਼ਰ ਪਿਤਾ ਤੁਸੀਂ ਸਾਡੇ ਸਾਰਿਆਂ ਦੇ ਗੁਨਾਹਾਂ ਦੇ ਮੈਲ ਨੂੰ ਪੂੰਝ ਦਿਓ ਪ੍ਰਭੂ ਜੀ। ਇਸ ਪੀੜ੍ਹੀ ਦਰ ਪੀੜ੍ਹੀਆਂ ਦੇ ਕੀਤੇ ਹੋਏ ਪਾਪਾਂ ਤੋਂ ਸਾਨੂੰ ਆਜ਼ਾਦ ਕਰੋ ਪਰਮੇਸ਼ਰ ਪਿਤਾ ਔਰ ਸਾਨੂੰ ਬਖਸ਼ ਲਓ ਮੇਰੇ ਪ੍ਰਭੂ ਜੀ ਸਾਡੇ ਪਾਪਾਂ, ਅਪਰਾਧਾਂ ਔਰ ਕੁਧਰਮ ਤੋਂ ਪਿਤਾ ਪਰਮੇਸ਼ਰ। ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਵਿਵਸਥਾ 'ਚ ਲਿਖਿਆ ਸੀ ਕਿ ਪਿਤਾ ਦੇ ਗੁਨਾਹਾਂ ਦੀ ਸਜ਼ਾ ਉਹਦੀ ਤੀਜੀਆਂ ਪੀੜ੍ਹੀਆਂ ਤੱਕ ਪ੍ਰਵੇਸ਼ ਲਏਗਾ। ਪਰ ਪਰਮੇਸ਼ਰ ਪਿਤਾ ਤੁਸੀਂ ਆਪਣੇ ਪੁੱਤਰ ਨੂੰ ਭੇਜ ਕੇ ਸਾਨੂੰ ਉਸ ਵਿਵਸਥਾ ਤੋਂ ਆਜ਼ਾਦ ਕੀਤਾ ਔਰ ਸੱਚ ਦੇ ਨੇਮ ਨੂੰ ਸਾਡੇ ਨਾਲ ਬੰਨਿਆ। ਉਹ ਸੱਚ ਦਾ ਨੇਮ ਜੀਵਨ ਦੇਣ ਵਾਲਾ ਨੇਮ ਸੀ ਪਿਤਾ ਪਰਮੇਸ਼ਰ। ਉਸ ਜੀਵਨ ਦੇ ਨੇਮ ਦੇ ਦੁਆਰਾ ਤੁਸੀਂ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਮੁੱਲ ਲੈ ਕੇ ਵਿਵਸਥਾ ਦੇ ਸ਼ਰਾਪ ਤੋਂ ਛੁਡਾ ਲਿਆ ਆ। ਖੁਦਾਵੰਦ ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੀੜ੍ਹੀ ਦਾ ਸ਼ਰਾਪ ਕੰਮ ਨਹੀਂ ਕਰ ਸਕਦਾ ਕਿਉਂਕਿ ਯਿਸੂ ਮਸੀਹ ਨੇ ਸਾਨੂੰ ਆਪਣੇ ਲਹੂ ਦੇ ਨਾਲ ਮੁੱਲ ਖਰੀਦ ਲਿਆ ਆ ਔਰ ਸਾਨੂੰ ਸਾਰੇ ਵਿਵਸਥਾ ਦੇ ਸ਼ਰਾਪ ਤੋਂ ਆਜ਼ਾਦ ਕੀਤਾ ਮੇਰੇ ਪ੍ਰਭੂ ਜੀ। ਔਰ ਅਸੀਂ ਵਿਸ਼ਵਾਸ ਦੇ ਨਾਲ ਪਿਤਾ ਪਰਮੇਸ਼ਰ ਇਹਨਾਂ ਵਚਨਾਂ ਦੇ ਨਾਲ ਤੁਹਾਡੀ ਹਜ਼ੂਰੀ 'ਚ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ। ਅਸੀਂ ਵਿਸ਼ਵਾਸ ਕਰਦੇ ਕਿ ਯਿਸੂ ਮਸੀਹ ਨੇ ਤੁਹਾਡੇ ਬੇਟੇ ਦਲਜੀਤ ਨੂੰ ਵੀ ਖਰੀਦਿਆ ਹੋਇਆ ਪਿਤਾ ਪਰਮੇਸ਼ਰ। ਇਹਨਾਂ ਨੂੰ ਵੀ ਇਸ ਪੀੜ੍ਹੀਆਂ ਦੇ ਡਾਇਬਟੀਜ਼ ਦੇ ਰੋਗ ਤੋਂ ਪਿਤਾ ਆਜ਼ਾਦ ਕੀਤਾ ਪ੍ਰਭੂ ਜੀ। ਇਸ ਸ਼ਰਾਪ ਤੋਂ ਤੁਹਾਡਾ ਬੇਟਾ ਫ੍ਰੀ ਹੈ ਪਿਤਾ ਪਰਮੇਸ਼ਰ। ਜਦ ਇਹ ਬੱਚਾ ਹੌਸਪੀਟਲਾਈਜ਼ ਹੈ ਪਿਤਾ ਪਰਮੇਸ਼ਰ ਉਸ ਹੌਸਪੀਟਲ ਦੇ ਸਮੇਂ ਦੇ ਵਿੱਚ ਇਹਨਾਂ ਦੀ ਮਦਦ ਕਰੋ, ਰਕਸ਼ਾ ਕਰੋ ਪਿਤਾ ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਮੈਂ ਤੇਰੇ ਬਿਮਾਰੀ ਦੇ ਵੇਲੇ ਤੈਨੂੰ ਸੰਭਾਲਾਂਗਾ ਅਤੇ ਤੇਰੇ ਬਿਸਤਰ ਨੂੰ ਉਲਟਾ ਕੇ ਵਿਛਾਵਾਂਗਾ। ਸੱਚਮੁੱਚ ਆਪਣੇ ਬੇਟੇ ਨੂੰ ਸੰਭਾਲੋ ਔਰ ਇਹਨਾਂ ਦੇ ਬਿਸਤਰ ਨੂੰ ਉਲਟਾ ਕੇ ਵਿਛਾਓ ਔਰ ਇਸ ਪੀੜ੍ਹੀਆਂ ਦੇ ਸ਼ੂਗਰ ਦੇ ਸ਼ਰਾਪ ਤੋਂ ਆਜ਼ਾਦ ਕਰੋ ਖੁਦਾਵੰਦ ਪਿਤਾ ਪਰਮੇਸ਼ਰ। ਤੁਹਾਡੇ ਬੱਚਿਆਂ ਨੇ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੀ ਪ੍ਰੇਅਰ ਰਿਕੁਐਸਟ ਲਿਖਵਾਈ ਪਿਤਾ ਪਰਮੇਸ਼ਰ, ਫੋਨ ਕਾਲਸ ਦੇ ਦੁਆਰਾ ਲਿਖਵਾਏ ਗਏ ਨਾਮਾਂ ਦੇ ਲਈ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ। ਤੁਹਾਡੀ ਬੇਟੀ ਪਰਮਜੀਤ ਕੌਰ ਦੇ ਲਈ ਔਰ ਉਹਨਾਂ ਦੀ ਬੇਟੀ ਸਿਮਰਨ ਦੇ ਲਈ ਪਿਤਾ ਪਰਮੇਸ਼ਰ। ਪੀੜ੍ਹੀਆਂ ਦੇ ਗਠੀਆ ਦੇ ਸ਼ਰਾਪ ਤੋਂ ਅੱਜ ਆਪਣੀ ਬੇਟੀ ਨੂੰ ਤੁਸੀਂ ਧੋਤਾ ਪਿਤਾ, ਆਜ਼ਾਦ ਕੀਤਾ। ਸੱਚਮੁੱਚ ਤੁਸੀਂ ਇਹਨਾਂ ਦੇ ਮੈਲ ਵਾਲੇ ਵਸਤਰਾਂ ਨੂੰ ਲਾ ਲਿਆ ਮੇਰੇ ਪਿਤਾ ਔਰ ਆਪਣੇ ਆਤਮਾ ਦੇ ਵਸਤਰਾਂ ਨੂੰ ਪਹਿਨਾਇਆ ਮੇਰੇ ਪ੍ਰਭੂ ਜੀ। ਪ੍ਰਾਰਥਨਾ ਕਰਦੇ ਸੁਖਦੀਪ ਦੇ ਲਈ ਔਰ ਦੀਪਕ ਦੇ ਲਈ ਪਿਤਾ ਪਰਮੇਸ਼ਰ। ਪੀੜ੍ਹੀਆਂ ਦੇ ਸ਼ਰਾਪ ਤੋਂ ਇਹਨਾਂ ਬੱਚਿਆਂ ਨੂੰ ਤੁਸੀਂ ਧੋਤਾ, ਆਜ਼ਾਦ ਕੀਤਾ, ਸ਼ੁੱਧ ਕੀਤਾ ਪ੍ਰਭੂ ਜੀ। ਸੱਚਮੁੱਚ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜੋ ਤੁਹਾਨੂੰ ਕੋਈ ਸ਼ਰਾਪ ਦੇਵੇਗਾ ਉਹ ਖੁਦ ਸ਼ਰਾਪਿਤ ਹੋਵੇਗਾ। ਅੱਜ ਪਿਤਾ ਇਹਨਾਂ ਦਾ ਸ਼ਰਾਪ ਸ਼ਰਮਿੰਦਾ ਹੋ ਜਾਵੇ
ਮਹਾਨ ਪਿਤਾ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਤੁਹਾਡੀ ਬੇਟੀ ਦਵਿੰਦਰ ਕੌਰ ਦੇ ਲਈ ਪਿਤਾ ਪਰਮੇਸ਼ਰ ਇਸ ਕੈਂਸਰ ਦੇ ਗੰਦੇ ਸ਼ਰਾਪ ਤੋਂ ਪਿਤਾ ਅੱਜ ਅਸੀਂ ਇਹਨਾਂ ਦੇ ਪੂਰੇ ਘਰਾਣੇ ਨੂੰ ਆਜ਼ਾਦ ਕਰਦੇ ਪ੍ਰਭੂ ਜੀ ਔਰ ਆਉਣ ਵਾਲੇ ਘਰਾਣੇ ਦੇ ਉੱਤੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਤੇ ਆਸ਼ੀਸ਼ ਨੂੰ ਮੰਗਦੇ ਖੁਦਾਵੰਦ ਇਸ ਗੰਦੀ ਬਿਮਾਰੀ ਤੋਂ ਇਹਨਾਂ ਬੱਚਿਆਂ ਨੂੰ ਆਜ਼ਾਦ ਕਰੋ ਪ੍ਰਭੂ ਜੀ ਰਾਕੇਸ਼ ਕੁਮਾਰ ਨੂੰ ਪਿਤਾ ਇਸ ਨਸ਼ੇ ਦੇ ਸ਼ਰਾਪ ਤੋਂ ਆਜ਼ਾਦ ਕਰੋ ਕਮਲਜੀਤ ਦੇ ਲਈ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਆਪਣੇ ਬੇਟੇ ਨੂੰ ਇਸ ਗਰੀਬੀ ਦੇ ਸ਼ਰਾਪ ਤੋਂ ਆਜ਼ਾਦ ਕਰੋ ਖੁਦਾਵੰਦ ਬੇਟੇ ਗੁਰਮੇਸ਼ ਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ ਇਸ ਕਰਜ਼ੇ ਦੇ ਸ਼ਰਾਪ ਨੂੰ ਅਸੀਂ ਯਿਸੂ ਦੇ ਨਾਮ ਦੇ ਵਿੱਚ ਹੁਕਮ ਦਿੰਦੇ ਹਾਂ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਤੁਸੀਂ ਪੀੜ੍ਹੀਆਂ ਦੇ ਉੱਤੇ ਰਾਜ ਕਰੋਗੇ ਤੁਸੀਂ ਕੌਮਾਂ ਦੇ ਉੱਤੇ ਰਾਜੇ ਠਹਿਰਾਏ ਜਾਓਗੇ ਤੁਸੀਂ ਕੌਮਾਂ ਨੂੰ ਕਰਜ਼ਾ ਦੇਣ ਵਾਲੇ ਹੋਵੋਗੇ ਪਿਤਾ ਪਰਮੇਸ਼ਰ ਅੱਜ ਇਸ ਬੱਚੇ ਦੇ ਨਾਲ ਇਸ ਵਾਅਦੇ ਨੂੰ ਪੂਰਾ ਕਰੋ ਮੇਰੇ ਪਿਤਾ ਇਸ ਗਰੀਬੀ ਦੇ ਇਸ ਕਰਜ਼ੇ ਦੇ ਬੰਧਨ ਨੂੰ ਇਹਨਾਂ ਬੱਚਿਆਂ ਦੇ ਉੱਤੋਂ ਤੋੜ ਦਿਓ ਪ੍ਰਭੂ ਜੀ ਖੁਦਾਵੰਦ ਪ੍ਰਾਰਥਨਾ ਕਰਦੇ ਤੁਹਾਡੀ ਬੇਟੀ ਬਲਦੀਸ਼ ਕੌਰ ਦੇ ਲਈ ਪਿਤਾ ਪਰਮੇਸ਼ਰ ਇਸ ਸਰੀਰਕ ਦਰਦਾਂ ਦੇ ਰੋਗ ਤੋਂ ਇਹਨਾਂ ਨੂੰ ਆਜ਼ਾਦ ਕਰੋ ਮਹਾਨ ਪਿਤਾ ਬੇਟੇ ਰਣਜੀਤ ਸਿੰਘ ਲਈ ਔਰ ਤੁਹਾਡੇ ਬੇਟੇ ਰਣਧੀਰ ਸਿੰਘ ਦੇ ਲਈ ਪ੍ਰਾਰਥਨਾ ਕਰਦੇ ਇਸ ਡਿਸਕ ਦੇ ਪ੍ਰੋਬਲਮ ਤੋਂ ਪਿਤਾ ਪਰਮੇਸ਼ਰ ਇਸ ਸਰਾਪ ਨੂੰ ਇਹਨਾਂ ਦੀ ਜ਼ਿੰਦਗੀ ਚੋਂ ਤੋੜ ਦੇ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪ ਦੇ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਪਰਮੇਸ਼ਰ ਪਿਤਾ ਤੁਸੀਂ ਆਪਣੇ ਵਚਨ ਦੇ ਵਿੱਚ ਸਾਨੂੰ ਕਿਹਾ ਆ ਕਿ ਮੈਂ ਤੁਹਾਨੂੰ ਬਚਾਇਆ ਤੁਹਾਨੂੰ ਸ਼ੁੱਧ ਕੀਤਾ ਤੇ ਆਤਮਾ ਦੇ ਪਵਿੱਤਰ ਵਸਤਰ ਤੁਹਾਨੂੰ ਪਹਿਨਾਏ ਆ ਸੱਚਮੁੱਚ ਅੱਜ ਇਹਨਾਂ ਨੂੰ ਧੋਵੋ ਤੇ ਸ਼ੁੱਧ ਕਰੋ ਪਿਤਾ ਅੱਜ ਇਹਨਾਂ ਦੇ ਸ਼ਰਾਪ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਉਤਾਰ ਫੇਕੋ ਪ੍ਰਭੂ ਜੀ ਇਸ ਸ਼ਰਾਪ ਵਾਲੇ ਗੰਦੇ ਕੱਪੜਿਆਂ ਨੂੰ ਇਹਨਾਂ ਦੇ ਉੱਤੋਂ ਉਤਾਰੋ ਪਿਤਾ ਪਰਮੇਸ਼ਰ ਔਰ ਸੱਚਮੁੱਚ ਆਪਣੇ ਆਤਮਾ ਦੇ ਕੀਮਤੀ ਵਸਤਰ ਇਹਨਾਂ ਨੂੰ ਪਹਿਨਾਓ ਪਿਤਾ ਪਰਮੇਸ਼ਰ ਔਰ ਆਉਣ ਵਾਲੇ ਘਰਾਣਿਆਂ ਦੇ ਵਿੱਚ ਵੀ ਤੁਹਾਡੀ ਲੰਮੀ ਉਮਰ ਤੇ ਤੰਦਰੁਸਤੀ ਨੂੰ ਰਿਲੀਜ਼ ਕਰਦੇ ਖੁਦਾਵੰਦਾ ਅਸੀਂ ਵਿਸ਼ਵਾਸ ਕਰਦੇ ਕਿ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਅਤੇ ਉੱਤਰ ਦਿੰਦੇ ਹੋ ਪ੍ਰਭੂ ਜੀ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਵਚਨ ਦੇ ਵਿੱਚ ਵਾਅਦਾ ਕੀਤਾ ਕਿ ਜਿੱਥੇ 2 ਜਾਂ 3 ਧਰਤੀ ਉੱਤੇ ਇੱਕ ਮਨ ਹੋ ਕੇ ਮੇਰੇ ਪਿਤਾ ਕੋਲੋਂ ਮੇਰੇ ਨਾਮ ਦੇ ਵਿੱਚ ਮੰਗਣਗੇ ਤਾਂ ਉਹਨਾਂ ਨੂੰ ਦਿੱਤਾ ਜਾਵੇਗਾ ਖੁਦਾਵੰਦ ਇਹਨਾਂ ਵਚਨਾਂ ਤੇ ਵਿਸ਼ਵਾਸ ਰੱਖਦੇ ਹੋਏ ਪ੍ਰਾਰਥਨਾ ਕਰਦੇ ਤੁਹਾਡੇ ਬੇਟੇ ਤੇ ਅਤਿੰਦਰ ਪਾਲ ਦੇ ਲਈ ਪਿਤਾ ਪਰਮੇਸ਼ਰ ਔਰ ਤੁਹਾਡੀ ਬੇਟੀ ਰੂਹੀ ਦੇ ਲਈ ਮੇਰੇ ਖੁਦਾਵੰਦ ਆਪਣੇ ਬੇਟੇ ਨੂੰ ਬਲੈਸ ਕਰੋ ਪਿਤਾ ਪਰਮੇਸ਼ਰ ਉਹਨਾਂ ਦੇ ਕੰਮਕਾਰ ਦੇ ਵਿੱਚ ਉਹਨਾਂ ਨੂੰ ਬਰਕਤ ਦਿਓ ਪਿਤਾ ਬੇਟੀ ਰੂਹੀ ਦੇ ਰੁਕੇ ਹੋਏ ਕੰਮਾਂ ਨੂੰ ਤੁਸੀਂ ਚਲਾਓ ਪ੍ਰਭੂ ਜੀ ਕਿਉਂਕਿ ਤੁਸੀਂ ਆਪਣੀ ਆਤਮਾ ਦੀ ਚਾਲ ਦੇ ਕੇ ਸਾਡੇ ਸਾਰੇ ਵਿਗੜੇ ਕੰਮਾਂ ਨੂੰ ਸੁਧਾਰ ਸਕਦੇ ਇਹਨਾਂ ਦੋਨਾਂ ਦੇ ਉੱਤੇ ਕਿਰਪਾ ਕਰੋ ਆਪਣੀ ਆਸ਼ੀਸ਼ ਨਾ ਭਰੋ ਪਿਤਾ ਪਰਮੇਸ਼ਰ ਖੁਦਾਵੰਦ ਪ੍ਰਾਰਥਨਾ ਕਰਦੇ ਮਹਾਨ ਪਿਤਾ ਪਰਮੇਸ਼ਰ ਤੁਹਾਡੀ ਬੇਟੀ ਪਰਮਜੀਤ ਕੌਰ ਦੇ ਲਈ ਪਿਤਾ ਪਰਮੇਸ਼ਰ ਉਹਨਾਂ ਦੇ ਬਿਜ਼ਨਸ ਨੂੰ ਚੱਲਣ ਦੇ ਵਿੱਚ ਉਹਨਾਂ ਦੀ ਮਦਦ ਕਰੋ ਪਿਤਾ ਪਰਮੇਸ਼ਰ ਹਰ ਤਰ੍ਹਾਂ ਦੀ ਗਰੀਬੀ ਦੇ ਬੰਧਨ ਨੂੰ ਔਰ ਰੁਕੇ ਹੋਏ ਕੰਮਾਂ ਨੂੰ ਚੱਲਣ ਦੇ ਵਿੱਚ ਪਿਤਾ ਪਰਮੇਸ਼ਰ ਇਹਨਾਂ ਦੀ ਮਦਦ ਕਰੋ ਗਰੀਬੀ ਦੇ ਸਰਾਪ ਨੂੰ ਇਸ ਪਰਿਵਾਰ ਤੋਂ ਤੋੜੋ ਮੇਰੇ ਪਿਤਾ ਪਰਮੇਸ਼ਰ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੂੰ ਕੈਂਸਲ ਕਰੋ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦਿਓ ਪਿਤਾ ਪਰਮੇਸ਼ਰ ਔਰ ਹਰ ਤਰ੍ਹਾਂ ਦੇ ਏਜੰਟ ਫਰਾਡ ਤੋਂ ਇਹਨਾਂ ਦੀ ਮਦਦ ਕਰੋ ਸਹਾਇਤਾ ਕਰੋ ਖੁਦਾਵੰਦ ਮਹਾਨ ਪਿਤਾ ਪ੍ਰਾਰਥਨਾ ਕਰਦੇ ਤੁਹਾਡੇ ਬੇਟੇ ਗੁਰਦੀਪ ਸਿੰਘ ਦੇ ਲਈ ਕਾਰੋਬਾਰ ਵਿੱਚ ਆਈ ਇਸ ਰੁਕਾਵਟ ਦੇ ਲਈ ਇਹਨਾਂ ਦੀ ਮਦਦ ਕਰੋ ਸਹਾਇਤਾ ਕਰੋ ਪਿਤਾ ਪਰਮੇਸ਼ਰ ਖੁਦਾਵੰਦ ਪ੍ਰਾਰਥਨਾ ਕਰਦੇ ਮਹਾਨ ਪਿਤਾ ਪਰਮੇਸ਼ਰ ਤੁਹਾਡੀ ਬੇਟੀ ਦੇ ਲਈ ਮੇਰੇ ਪਿਤਾ ਜਿਨ੍ਹਾਂ ਨੂੰ ਟਾਈਫਾਇਡ ਹੈ ਪਿਤਾ ਇਹਨਾਂ ਦੀ ਟਾਈਫਾਇਡ ਦੀ ਇਸ ਗੰਦੀ ਬਿਮਾਰੀ ਤੋਂ ਆਜ਼ਾਦ ਕਰੋ ਮਹਾਨ ਪਰਮੇਸ਼ਰ ਪ੍ਰਾਰਥਨਾ ਕਰਦੇ ਖੁਦਾਵੰਦ ਜਸਮੀਤ ਕੌਰ ਦੇ ਹਸਬੈਂਡ ਦੇ ਲਈ ਪਿਤਾ ਪਰਮੇਸ਼ਰ ਇਹਨਾਂ ਨੂੰ ਹਰ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਨੂੰ ਇਸੇ ਸਮੇਂ ਯਿਸੂ ਦੇ ਨਾਮ ਦੇ ਵਿੱਚ ਅਸੀਂ ਹੁਕਮ ਦਿੰਦੇ ਇਹਨਾਂ ਦੇ ਸਰੀਰ ਨੂੰ ਛੱਡ ਕੇ ਚਲੀ ਜਾਵੇ ਆਪਣੇ ਬੇਟੇ ਜਸਵੰਤ ਨੂੰ ਪਿਤਾ ਪਰਮੇਸ਼ਰ ਇਸੇ ਘੜੀ ਛੂਹੋ ਅਤੇ ਆਜ਼ਾਦ ਕਰੋ ਕਾਰੋਬਾਰ ਦੀਆਂ ਰੁਕਾਵਟਾਂ ਦੇ ਲਈ ਖਾਸ ਤੌਰ 'ਤੇ ਪ੍ਰਾਰਥਨਾ ਕਰਦੇ ਖੁਦਾਵੰਦ ਬੇਟੀ ਰਮਨਦੀਪ ਦੇ ਉਹਨਾਂ ਦੇ ਫਾਦਰ ਦੇ ਲਈ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਉਹਨਾਂ ਦੇ ਕਾਰੋਬਾਰ ਵਿੱਚ ਮਦਦ ਕਰੋ ਪਿਤਾ ਪਰਮੇਸ਼ਰ ਬੇਟੇ ਦਵਿੰਦਰ ਔਰ ਬੇਟੇ ਸੁਖਵਿੰਦਰ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਦ ਗਵਰਨਮੈਂਟ ਜੌਬ ਦੇ ਨਾਲ ਬਲੈਸ ਕਰੋ ਮਹਾਨ ਪਿਤਾ ਪਰਮੇਸ਼ਰ ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਆਪਣੇ ਲਹੂ ਦੇ ਦੁਆਰਾ ਇਹਨਾਂ ਨੂੰ ਧੋਤਾ ਅਤੇ ਸ਼ੁੱਧ ਕੀਤਾ ਪਰਮੇਸ਼ਰ ਪਿਤਾ ਜਦ ਵੀ ਇਹਨਾਂ ਬੱਚਿਆਂ ਨੇ ਆਪਣੇ ਵਿਸ਼ਵਾਸ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਸੌਂਪਿਆ ਆਪਣੀਆਂ ਪ੍ਰੇ ਰਿਕੁਐਸਟ ਤੁਹਾਡੀ ਹਜ਼ੂਰੀ 'ਚ ਲਿਖਵਾਈਆਂ ਖੁਦਾਵੰਦ ਤਾਂ ਮੈਂ ਵਿਸ਼ਵਾਸ ਕਰਦੀ ਪਿਤਾ ਜਦ ਆਪਣੇ ਦੁੱਖ ਨੂੰ ਮੇਰੇ ਕੋਲ ਦੱਸਦੇ ਪ੍ਰਭੂ ਜੀ ਮੈਂ ਜਾਣਦੀ ਹਾਂ ਕਿ ਉਸ ਦੁੱਖ ਨੂੰ ਤੁਸੀਂ ਇਹਨਾਂ ਦੇ ਸਾਹਮਣੇ ਬਹਿ ਕੇ ਸੁਣਦੇ ਹੋ ਪਿਤਾ ਪਰਮੇਸ਼ਰ ਖੁਦਾਵੰਦ ਤੁਸੀਂ ਮੈਨੂੰ ਇੱਕ ਡਿਵਾਈਨ ਹੈਲਪਰ ਦੀ ਤਰ੍ਹਾਂ ਯੂਜ਼ ਕੀਤਾ ਖੁਦਾਵੰਦ ਤੁਹਾਡਾ ਧੰਨਵਾਦ ਕਰਦੀ ਪਰਮੇਸ਼ਰ ਪਿਤਾ ਔਰ ਮੈਂ ਤੁਹਾਡਾ ਸ਼ੁਕਰ ਕਰਦੀ ਪ੍ਰਭੂ ਜੀ ਕਿ ਤੁਸੀਂ ਮੈਨੂੰ ਆਪਣੀ ਸੇਵਾ ਦੇ ਯੋਗ ਸਮਝਿਆ ਪਰਮੇਸ਼ਰ ਪਿਤਾ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਸੌਂਪਦੀ ਹਾਂ ਖੁਦਾਵੰਦ ਇਸੇ ਤਰ੍ਹਾਂ ਮੇਰੀ ਮਦਦ ਕਰਨਾ ਸਹਾਇਤਾ ਕਰਨਾ ਪਰਮੇਸ਼ਰ ਪਿਤਾ ਮੇਰੀ ਮਦਦ ਕਰੋ ਕਿ ਜਿਨ੍ਹਾਂ ਪਰਿਵਾਰਾਂ ਦੇ ਲਈ ਵੀ ਮੇਰੇ ਦੁਆਰਾ ਬੋਲਿਆ ਜਾਵੇ ਪਿਤਾ ਪਰਮੇਸ਼ਰ ਮੈਂ ਨਾ ਬੋਲਾਂ ਪਰ ਤੁਹਾਡਾ ਆਤਮਾ ਮੇਰੇ ਵਿੱਚ ਦੀ ਹੋ ਕੇ ਬੋਲੇ ਔਰ ਪਰਮੇਸ਼ਰ ਪਿਤਾ ਮੂੰਹ ਵਿੱਚੋਂ ਨਿਕਲੇ ਹੋਏ ਹਰ ਇੱਕ ਸ਼ਬਦ ਨੂੰ ਤੁਸੀਂ ਸਾਮਰਥ ਦੇ ਨਾਲ ਭਰਿਆ ਪਰਮੇਸ਼ਰ ਪਿਤਾ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਸਾਰੇ ਘਰਾਂ ਪਰਿਵਾਰਾਂ ਦੇ ਲਈ ਅੱਜ ਜਿੰਨਾ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਗਈ ਖੁਦਾਵੰਦ ਮੈਂ ਵਿਸ਼ਵਾਸ ਕਰਦੀ ਤੁਸੀਂ ਹਰ ਇੱਕ ਨੂੰ ਛੋਇਆ ਆ ਚੰਗਿਆਈ ਦਿੱਤੀ ਪਿਤਾ ਅੱਜ ਸਾਰੇ ਸਰਾਪਾਂ ਤੋਂ ਤੁਸੀਂ ਇਹਨਾਂ ਨੂੰ ਆਜ਼ਾਦ ਕੀਤਾ ਆਤਮਾ ਦੇ ਨਵੇਂ ਵਸਤਰ ਪਹਿਨਾਏ ਔਰ ਸ਼ੁੱਧ ਕੀਤਾ ਖੁਦਾਵੰਦ ਇਹਨਾਂ ਦੇ ਕਾਰੋਬਾਰਾਂ ਨੂੰ ਤੁਸੀਂ ਬਲੈਸ ਕੀਤਾ ਬਿਮਾਰ ਹੱਡੀਆਂ ਨੂੰ ਛੋਇਆ ਤੇ ਰੋਗ ਚਲੇ ਗਏ ਕਾਰੋਬਾਰਾਂ ਨੂੰ ਤੁਸੀਂ ਛੋਇਆ ਪਿਤਾ ਇੱਕ ਨਵੀਂ ਤਰੱਕੀ ਇਹਨਾਂ ਦੀ ਜ਼ਿੰਦਗੀ 'ਚ ਉਤਰੀ ਹੈ
ਸ਼ਰਾਪਿਤ ਲੋਕਾਂ ਨੂੰ ਛੂਹਿਆ ਪਿਤਾ, ਜਿਨ੍ਹਾਂ ਦੀ ਸ਼ਰਾਪ ਦੀ ਜਗ੍ਹਾ ਤੇ ਤੁਸੀਂ ਆਸ਼ੀਸ਼ਿਤ ਕੀਤਾ ਮੇਰੇ ਪ੍ਰਭੂ ਜੀ। ਇਸ ਚੰਗਿਆਈ ਦੇ ਲਈ, ਅੱਜ ਦੀ ਪ੍ਰਾਰਥਨਾ ਦੇ ਲਈ ਖੁਦਾਵੰਦ, ਅੱਜ ਦੇ ਦਿਨ ਦੇ ਲਈ, ਇਹਨਾਂ ਵਚਨਾਂ ਦੇ ਲਈ, ਤੁਹਾਡੀ ਸਾਮਰਥ ਦੇ ਲਈ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹੋਏ, ਤੁਹਾਡਾ ਧੰਨਵਾਦ ਕਰਦੇ ਹੋਏ, ਤੁਹਾਡੀ ਹਜ਼ੂਰੀ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।